जिस विषय के उत्ते स्टेट ने कानून बनाना सीगा उस विषय के उत्ते सरकार ने कानून बनाया। बिल्कुल उस विषय के ਤੁਸੀਂ ਕਹਿ ਰਹੇ ਹੋ ਪੰਜਾਬ ਦੀ ਲੜਾਈ ਕੱਲੇ ਇਹੀ ਲੜਦੇ ਨੇ ਤੇ ਬਾਕੀ ਉੱਥੇ ਬੱਕੀਆਂ ਮਾਰਦੇ ਨੇ। ਸਾਡਾ ਪੰਜਾਬ ਦਾ ਪਿੰਡੂ ਵਿਕਾਸ ਫੰਡ ਇਹਨਾਂ ਨੇ ਮਹਿਸੂਸ ਕੀਤਾਗਾ, ਇਹਨਾਂ ਕਾਂਗਰਸੀਆਂ ਨੇ ਮਹਿਸੂਸ ਕੀਤਾ, ਇਹਨਾਂ ਅਕਾਲੀ ਦਲ ਬੀਜੇਪੀ ਨੇ ਮਹਿਸੂਸ ਕੀਤਾ, ਤਾਂ ਕੇਂਦਰ ਸਰਕਾਰ ਨੂੰ ਮੌਕਾ ਮਿਲਿਆ ਕਿ ਸਾਡੀ ਬਾਹ ਮਰੋੜੀ ਆ। ਕਿਸਾਨਾਂ ਦੀ ਜੇ ਮੂਵਮੈਂਟ ਵਾਪਸ ਹੋਈ ਹੈ ਤਾਂ ਕੱਲੇ ਇਹਨਾਂ ਨੇ ਕਰਾਤੀ ਹੈ ਜੀ। ਅਸੀਂ ਕੀ ਕਰਦੇ ਰਹੇ? ਸਾਰੀਆਂ ਪਾਰਟੀਆਂ ਨੇ ਉਹਦੇ ਵਿੱਚ, ਕਾਂਗਰਸ ਦਾ ਕਮਾਇਆ ਰੋਲ ਰਿਹਾ ਉਹਦੇ। ਸਪੀਕਰ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਤਾ ਪੇਸ਼ ਕੀਤਾ। ਮੈਂ ਇਸ ਮਤੇ ਦੀ ਪ੍ਰੋੜਤਾ ਕਰਦਾਗਾ। 1966 ਦੇ ਵਿੱਚ ਜਦੋਂ ਪੁਨਰਗਠਨ ਐਕਟ ਬਣਿਆ ਸੀਗਾ ਤਾਂ ਉਸ ਸਮੇਂ ਪੰਜਾਬ ਦਾ ਹਿੱਸਾ 60% ਸੀ ਚੰਡੀਗੜ੍ਹ ਦੇ ਵਿੱਚ ਔਰ ਹਰਿਆਣੇ ਦਾ 40% ਸੀਗਾ। ਔਰ ਸਰਕਾਰਾਂ ਸਮੇਂ-ਸਮੇਂ ਸਿਰ ਬਣਦੀਆਂ ਰਹੀਆਂ, ਚਾਹੇ ਅਕਾਲੀ ਦਲ ਬੀਜੇਪੀ ਦੀ ਸਰਕਾਰ ਬਣੀ, ਕਾਂਗਰਸ ਪਾਰਟੀ ਦੀ ਸਰਕਾਰ ਬਣੀ, ਪਰ ਲੇਕਿਨ ਕਿਸੇ ਵੀ ਸਰਕਾਰ ਨੇ ਕੋਈ ਵੀ ਆਦਮੀ ਦਾ ਲਗਾਤਾਰ ਬੀਜੇਪੀ ਦੇ ਵਿੱਚੋਂ ਹਿੱਸਾ ਘਟਦਾ ਗਿਆ, ਲਗਾਤਾਰ ਯੂਨੀਵਰਸਿਟੀ ਵਿੱਚੋਂ ਹਿੱਸਾ ਘਟਦਾ ਗਿਆ, ਜਿੰਨੀਆਂ ਵੀ ਇੰਸਟੀਟਿਊਸ਼ਨ ਸੀਗੀਆਂ, ਜਿੰਨੀਆਂ ਵੀ ਸੰਸਥਾਵਾਂ ਸੀਗੀਆਂ, ਸਾਰੀਆਂ ਦੇ ਵਿੱਚੋਂ ਹਿੱਸਾ ਘਟਦਾ ਗਿਆ। ਪਰ ਲੇਕਿਨ ਇਹਨਾਂ ਸਰਕਾਰਾਂ ਦਾ ਲਗਾਤਾਰ ਕੇਂਦਰ ਦੀ ਬੋਲੀ ਬੋਲਦੀਆਂ ਰਹੀਆਂ। ਜਦੋਂ ਕੇਂਦਰ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੁੰਦੀ ਸੀਗੀ ਉਸ ਸਮੇਂ ਵੀ ਰਾਜਾਂ ਦੇ ਅਧਿਕਾਰਾਂ ਤੇ ਡਾਕਾ ਪੈਂਦਾ ਸੀਗਾ। ਜਦੋਂ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਉਸ ਸਮੇਂ ਵੀ ਪੰਜਾਬ ਦੇ ਉੱਪਰ ਡਾਕਾ ਪਿਆਗਾ, ਦਿੱਲੀ ਦੇ ਉੱਪਰ ਡਾਕਾ ਪਿਆਗਾ। ਤੁਹਾਨੂੰ ਪਤਾਗਾ ਕਿ ਕਿਸ ਤਰ੍ਹਾਂ ਕੇਜਰੀਵਾਲ ਸਾਹਿਬ ਉੱਪਰ ਹਮਲਾ ਹੋਇਆਗਾ। ਉਸ ਹਮਲੇ ਦੀ ਨਿੰਦਾ ਕਰਦੇ ਹਾਂ ਕਿ ਲਗਾਤਾਰ ਕੇਂਦਰ ਸਰਕਾਰ ਜਿਹੜਾ ਹੈਗਾ ਪੰਜਾਬ ਦੇ ਅਧਿਕਾਰਾਂ ਤੇ ਡਾਕੇ ਮਾਰ ਰਿਹਾ ਹੈਗਾ। ਸਪੀਕਰ ਸਾਹਿਬ, ਮਾਨ ਸਾਹਿਬ ਨੇ ਜਦੋਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਸੀਗੇ ਲਗਾਤਾਰ ਪੰਜਾਬ ਦੇ ਮੁੱਦਿਆਂ ਦੀ ਆਵਾਜ਼ ਬੁਲੰਦ ਕੀਤੀ। ਚਾਹੇ ਪਾਣੀਆਂ ਦੀ ਗੱਲ ਸੀ, ਹਰੇਕ ਇਸ਼ੂ ਨੂੰ, ਹਰੇਕ ਮਸਲੇ ਨੂੰ, ਚਾਹੇ ਕੋਈ ਵੀ ਮਾਮਲਾ ਪੰਜਾਬ ਦਾ ਆਉਂਦਾ ਸੀਗਾ, ਸਾਰੇ ਮੈਂਬਰ ਪਾਰਲੀਮੈਂਟ, ਲਗਭਗ 20 ਮੈਂਬਰ ਪਾਰਲੀਮੈਂਟ ਚੁਣ ਕੇ ਦੇਸ਼ ਦੀ ਪਾਰਲੀਮੈਂਟ ਜਾਂਦੇ ਨੇਗੇ, 7 ਰਾਜ ਸਭਾ ਤੋਂ, 13 ਲੋਕ ਸਭਾ ਤੋਂ ਔਰ 19 ਮੈਂਬਰ ਪਾਰਲੀਮੈਂਟ ਮੈਂ ਸਮਝਦਾ ਚੁੱਪ ਕਰਕੇ ਬੈਠੇ ਹੁੰਦੇ ਸੀ। ਸਰਦਾਰ ਭਗਵੰਤ ਸਿੰਘ ਮਾਨ ਕੱਲੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਮਣੇ ਗੱਜ ਕੇ ਬੋਲਦੇ ਸੀਗੇ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਘੇਰਦੇ। ਪਲੀਜ਼ ਬਾਜਵਾ ਸਾਹਿਬ ਸੁਣ ਲਓ, ਤੁਹਾਨੂੰ ਟਾਈਮ ਮਿਲੂਗਾ। ਬਾਜਵਾ ਜੀ ਪੂਰਾ ਕਰ ਲੈਣ ਦਿਓ। ਬਾਜਵਾ ਜੀ ਤੁਹਾਨੂੰ ਟਾਈਮ ਤੇ ਰੱਖ ਲਿਓ, ਆਪਣੇ ਤੁਸੀਂ ਵੀ ਬੋਲਣਾ ਰੱਖ ਲਿਓ। ਇੱਕ ਵਾਰੀ ਟਾਈਮ ਦੇਵਾਂਗੇ ਤੁਹਾਨੂੰ, ਬਾਜਵਾ ਜੀ ਬਾਜਵਾ ਸਾਹਿਬ ਟਾਈਮ ਦੇਵਾਂਗੇ। ਮੰਤਰੀ ਜੀ ਕੋਈ ਗੱਲ ਨਹੀਂ, ਮੰਤਰੀ ਜੀ ਰੱਖ ਲਿਓ, ਤੁਸੀਂ ਆਪਣੇ ਅੱਗੇ ਆਏ ਹੋ। ਬਾਜਵਾ ਸਾਹਿਬ, ਬਾਜਵਾ ਜੀ, ਸਪੀਕਰ ਸਾਹਿਬ, ਬਾਜਵਾ ਜੀ ਤੁਹਾਨੂੰ ਮੌਕਾ ਦਿੱਤਾ ਜਾਏਗਾ। ਕੇਅਰ ਨੂੰ ਐਡਰੈਸ ਕਰੋ ਜੀ। ਜੀ ਸਪੀਕਰ ਸਾਹਿਬ, 3 ਕਾਲੇ ਕਾਨੂੰਨ ਬਣਾ ਕੇ, ਸਪੀਕਰ ਸਾਹਿਬ 3 ਕਾਲੇ ਕਾਨੂੰਨ ਬਣਾ ਕੇ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਤੇ ਹਮਲਾ ਬੋਲਿਆ, ਪੰਜਾਬ ਦੇ ਰਾਜ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ, ਰਿਕਾਰਡ ਨਾ ਕੀਤਾ ਜਾਵੇ। ਜਿਹੜਾ ਵਿਸ਼ਾ ਸਟੇਟ ਦਾ ਸੀਗਾ, ਜਿਸ ਵਿਸ਼ੇ ਦੇ ਉੱਤੇ ਸਟੇਟ ਨੇ ਕਾਨੂੰਨ ਬਣਾਉਣਾ ਸੀਗਾ ਉਸ ਵਿਸ਼ੇ ਦੇ ਉੱਤੇ ਬੀਜੇਪੀ ਦੀ ਸਰਕਾਰ ਨੇ ਕਾਨੂੰਨ ਬਣਾਇਆ। ਬਿਲਕੁਲ ਉਸ ਵਿਸ਼ੇ ਦੇ ਉੱਤੇ ਬੀਜੇਪੀ ਦੀ ਸਰਕਾਰ ਨੇ ਕਾਨੂੰਨ ਬਣਾਇਆ। ਤੁਸੀਂ ਬਾਜਵਾ ਜੀ ਤੁਹਾਨੂੰ ਸਭਾ, ਅਗਲੇ ਸਪੀਕਰ ਤੁਸੀਂ ਹੋ। ਬਾਜਵਾ ਜੀ ਤੁਹਾਨੂੰ ਮੌਕਾ ਮਿਲ ਰਿਹਾ ਹੈ। ਸਪੀਕਰ ਸਾਹਿਬ ਜੋ 3 ਕਾਲੇ ਕਾਨੂੰਨ, ਅਗਲੇ ਸਪੀਕਰ ਤੁਸੀਂ ਹੋ। ਪੰਜਾਬ ਦੇ ਅਗਲੇ ਸਪੀਕਰ ਮਾਨਯੋਗ ਬਾਜਵਾ ਜੀ ਤੁਸੀਂ ਹੋ। 700 ਤੋਂ ਉੱਪਰ ਪੰਜਾਬ ਦਾ ਕਿਸਾਨ ਸ਼ਹੀਦ ਹੋਇਆ। ਅਗਲੇ ਸਪੀਕਰ ਬਾਜਵਾ ਸਾਹਿਬ ਨੇ, ਇਸ ਅਕਾਲੀ ਦਲ ਦੀ ਬਦੌਲਤ, ਤੁਹਾਡਾ ਲੀਡਰ ਕੌਣ ਹੈ? ਕਾਂਗਰਸੀਆਂ ਦੀ ਬਦੌਲਤ। ਬਾਜਵਾ ਸਾਹਿਬ ਬੋਲਣਗੇ। ਕਾਂਗਰਸ ਦੇ ਉਸ ਸਮੇਂ ਦੇ ਮੁੱਖ ਮੰਤਰੀ ਨੇ ਇਹਨਾਂ ਨੂੰ ਐਫਐਮ ਸਾਹਿਬ ਖੜੇ ਆ, ਉਹਨਾਂ ਨੂੰ ਗੱਲ ਪੂਰੀ ਕਰ ਲੈਣ ਦਿਓ। ਤੁਸੀਂ ਗੱਲ ਪੂਰੀ, ਤੁਹਾਡਾ ਲੀਡਰ ਆਫ ਆਪੋਜੀਸ਼ਨ ਦੱਸੋ ਕੌਣ ਹੈ? ਤੁਹਾਡਾ ਲੀਡਰ ਆਫ ਆਪੋਜੀਸ਼ਨ ਦਿਓ। ਸਪੀਕਰ ਸਾਹਿਬ ਇਹਨਾਂ ਨੂੰ ਕਹਿ ਦਿਓ ਆਪਣਾ ਲੀਡਰ ਆਫ ਆਪੋਜੀਸ਼ਨ ਡਿਸਾਈਡ ਕਰ ਲੈਣ, ਫਿਰ ਬੋਲ ਲੈਣ ਬਾਜਵਾ ਸਾਹਿਬ। ਬਾਜਵਾ ਜੀ, ਸਪੀਕਰ ਸਾਹਿਬ, ਮਾਨਯੋਗ ਸਪੀਕਰ ਸਾਹਿਬ, ਜਦੋਂ ਪੇਂਡੂ ਵਿਕਾਸ ਫੰਡ ਦੀ ਗੱਲ ਆਉਂਦੀ ਆ, ਜਦੋਂ ਪੇਂਡੂ ਵਿਕਾਸ ਫੰਡ ਦੀ ਗੱਲ ਆਉਂਦੀ ਆ, ਕੇਂਦਰ ਸਰਕਾਰ ਨੇ ਸਾਡਾ ਪੇਂਡੂ ਵਿਕਾਸ ਫੰਡ ਮੰਤਰੀ ਜੀ, ਇੱਕ ਮਿੰਟ ਮੰਤਰੀ ਜੀ, ਇੱਕ ਮਿੰਟ ਜੀ, ਇੱਕ ਮਿੰਟ ਮੰਤਰੀ ਜੀ, ਇੱਕ ਮਿੰਟ ਜੀ, ਇੱਕ ਮਿੰਟ ਬੈਠੋ, ਬੈਠੋ, ਬੈਠੋ ਬਾਜਵਾ ਜੀ ਬੈਠੋ। ਮੰਤਰੀ ਜੀ, ਮੈਂ ਹਾਊਸ ਨੂੰ ਬੇਨਤੀ ਕਰਦਾ ਕਿ ਸ਼ਾਂਤੀ ਬਣਾ ਕੇ ਰੱਖੀਏ। ਮੰਤਰੀ ਜੀ, ਮੈਂ ਹਾਊਸ ਨੂੰ ਬੇਨਤੀ ਕਰਦਾ, ਮੈਂ ਹੁਣੇ ਗੱਲ ਕਰ, ਤੁਸੀਂ ਬਾਜਵਾ ਸਾਹਿਬ
ਤੁਸੀਂ ਪੁਆਇੰਟ ਨੋਟ ਕਰੋ, ਤੁਸੀਂ ਜਵਾਬ ਦੇਣਾ ਹੈ। ਯੂ ਹੈਵ ਐਂਪਲ ਟਾਈਮ। ਬਾਜਵਾ ਜੀ ਤੁਹਾਡੇ ਅਗਲੇ ਸਪੀਕਰ ਤੁਸੀਂ ਹੋ। ਅਗਲੇ ਸਪੀਕਰ ਤੁਸੀਂ ਹੋ। ਅਗਲੇ ਸਪੀਕਰ ਤੁਸੀਂ ਹੋ। सीएम साहब बाजवा साहब सीएम साहब बाजवा साहब सीएम साहब इधर बाजवा साहब सुनो, बाजवा साहब लीडर ऑफ हाउस खड़े हैं, कृपा करके सारे सुनो। ਲੀਡਰ ਆਫ ਹਾਊਸ ਨੂੰ ਸੁਣ ਲਓ। ਤੁਸੀਂ 1 ਅਪ੍ਰੈਲ ਨੂੰ ਦਿਨ ਨਹੀਂ ਮੰਨਦੇ? ਜਿਹੜੇ ਬੱਚੇ ਅੱਜ ਪੈਦਾ ਹੋਣਗੇ ਤਾਂ ਮਤਲਬ ਉਹ ਦਿਨ ਹੀ ਮਾੜਾ ਸੀ। ਅੱਜ ਚੰਡੀਗੜ੍ਹ ਦੇ ਵਿੱਚ ਰੂਲ ਲਾਗੂ ਹੋ ਰਿਹਾ ਹੋ, ਚੰਡੀਗੜ੍ਹ 'ਚ ਰੂਲ ਲਾਗੂ ਹੋ ਰਿਹਾ ਹੋ, ਉਹਦਾ ਵਿਰੋਧ ਕਰ ਰਹੇ ਹਾਂ ਅਸੀਂ। ਅਸੀਂ ਚੰਡੀਗੜ੍ਹ ਦੇ ਵਿੱਚ ਜਿਹੜਾ ਰੂਲ ਅੱਜ ਲਾਗੂ ਹੋ ਰਿਹਾ ਉਹਦਾ ਵਿਰੋਧ ਕਰ ਰਹੇ ਹਾਂ, ਉਹਦੇ ਵਿਰੁੱਧ ਪ੍ਰਸਤਾਵ ਹੈ। ਤੁਸੀਂ ਕੀ ਕੀਤਾ 5 ਸਾਲ 'ਚ? 4.5 ਸਾਲ ਤਾਂ ਸਿਸਮਾਂ ਵਾਲੇ ਮਹਿਲ ਦੇ ਤੁਸੀਂ ਦਰਵਾਜ਼ੇ ਨਹੀਂ ਖੋਲੇ। 4.5 ਸਾਲ ਦਰਵਾਜ਼ੇ ਖੜਾ ਲੈਂਦੇ ਸਿਸਮਾਂ ਵਾਲੇ ਮਹਿਲ ਦੇ। ਕੀ ਲਾਗੂ ਕਰ ਗਏ ਉਹ ਬੀਜੇਪੀ ਵਾਲੇ? ਕੀ ਲਾਗੂ ਕਰ ਗਏ? ਕਦੇ ਵਿਰੋਧ ਕੀਤਾ? ਸਿੱਧਾ ਜਾਂਦੇ ਸੀਗੇ ਐਚਐਮ ਕੋਲੇ, ਸਿੱਧਾ ਜਾਂਦੇ ਸੀ ਪ੍ਰਧਾਨ ਮੰਤਰੀ ਕੋਲੇ ਤੁਹਾਡੇ ਕੈਪਟਨ ਸਾਹਿਬ। ਸੋ ਇਸ ਕਰਕੇ ਕਿਰਪਾ ਕਰਕੇ ਸੁਣਨ ਦਾ ਮਾਦਾ ਰੱਖੋ। ਹਾਂ ਥੋੜਾ ਜਿਹਾ ਔਖਾ ਹੁੰਦਾ 5 ਸਾਲਾਂ ਬਾਅਦ ਜਦੋਂ ਜਾਂਦੀ ਹੈ ਤਾਕਤ ਨਾ, ਔਖਾ ਹੁੰਦਾ, ਪਰ ਬਹਿ ਜਾਓ 7 ਸਾਲ ਮੈਂ ਪਾਰਲੀਮੈਂਟ 'ਚ ਰਿਹਾ, ਮੈਂ ਬਹੁਤ ਬਿਠਾਏ ਨੇ ਏਦਾਂ। ਹਾਂ ਬਹਿ ਜਾਓ। ਚੀਮਾ ਸਾਹਿਬ ਤੋਂ ਬਾਅਦ ਬਾਜਵਾ ਜੀ ਤਿਆਰ ਰਹਿਣ। ਚੀਮਾ ਸਾਹਿਬ ਤੋਂ ਬਾਅਦ ਬਾਜਵਾ ਜੀ ਤਿਆਰ ਰਹਿਣ। ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਤਿਆਰ ਰਹਿਣ ਚੀਮਾ ਸਾਹਿਬ ਤੋਂ ਬਾਅਦ। ਚੀਮਾ ਸਾਹਿਬ ਤੋਂ ਬਾਅਦ ਬਾਜਵਾ ਜੀ ਤੁਸੀਂ ਆਪਦੇ ਪੁਆਇੰਟ ਨੋਟ ਕਰ ਲਓ। ਤੁਹਾਡੇ ਕੋਲੇ ਪੂਰਾ ਟਾਈਮ ਹੈ। ਮਾਨਯੋਗ ਸਪੀਕਰ ਸਾਹਿਬ ਪੂਰਾ ਟਾਈਮ, ਪੂਰਾ ਉਹ ਜਵਾਬ ਦੇਣਗੇ, ਬੋਲਣਗੇ, ਰੰਧਾਵਾ ਸਾਹਿਬ ਬਿਲਕੁਲ ਜਵਾਬ ਬੋਲਣਗੇ। ਦੇ ਦੇਣਗੇ। ਬਹਿ ਜਾਓ ਆਰਾਮ ਨਾਲ, ਤੁਸੀਂ ਬਹਿ ਜਾਓ ਰੰਧਾਵਾ ਸਾਹਿਬ ਬੋਲਣਗੇ, ਹਜ਼ਮ ਨਹੀਂ ਆਉਂਦਾ ਬੋਲਣਗੇ। ਚੀਮਾ ਜੀ ਕੋਈ ਗੱਲ ਨਹੀਂ, ਬਹਿ ਜਾਓ ਮੰਤਰੀ ਜੀ ਬਹਿ ਜਾਓ ਚੇਅਰ ਨੂੰ ਐਡਰੈਸ ਕਰੋ। ਬੈਠੋ ਭਾਸ਼ਾ ਦਾ ਚੰਗੀ ਤਰ੍ਹਾਂ ਠੀਕ ਪ੍ਰਯੋਗ ਕਰ। ਮੰਤਰੀ ਜੀ ਬੋਲੋ ਕਿੱਦਾਂ ਤੁਸੀਂ? ਚੇਅਰ ਨੂੰ ਐਡਰੈਸ ਕਰੋ। ਇਹ ਬਦਮਾਸ਼ੀ ਹੁਣ ਨਹੀਂ ਚੱਲਣੀ ਹੈਗੀ। ਹਾਂ ਮੈਂ ਆਸ਼ਾ ਤੇ ਬਾਜਵਾ ਸਾਹਿਬ ਇਹਨਾਂ ਨੂੰ ਕੰਟਰੋਲ ਕਰਨਾ, ਬਦਮਾਸ਼ੀ ਹੁਣ ਚੱਲਣੀ ਨਹੀਂ ਹੈਗੀ। ਮਰਿਆਦਾ ਬਾਰੇ ਰੱਖਣ ਦੀ ਬੇਨਤੀ ਪੰਜਾਬ ਦੇ ਲੋਕਾਂ ਨੇ ਮੁਕਾਤਾ। ਲਾਈਵ ਡੈਕੋਰਮ ਬਣਾ ਕੇ ਰੱਖੋ। ਪੰਜਾਬ ਦੀ ਜਨਤਾ ਸਾਰੇ ਮਾਨਯੋਗ ਮੈਂਬਰਾਂ ਨੂੰ ਦੇਖ ਰਹੀ ਹੈ, ਸੁਣ ਰਹੀ ਹੈ। ਮਾਨਯੋਗ ਸਪੀਕਰ ਸਾਹਿਬ, ਪੰਜਾਬ ਦਾ ਪੇਂਡੂ ਵਿਕਾਸ ਫੰਡ ਰੋਕ ਕੇ ਕੇਂਦਰ ਸਰਕਾਰ ਨੇ ਪੰਜਾਬ ਤੇ ਹਮਲਾ ਕੀਤਾਗਾ। ਔਰ ਰੋਕਿਆ ਕਿਉਂ ਆ? ਸਾਡੀ ਬਾਹ ਮਰੋੜਨ ਦਾ ਪੰਜਾਬ ਦਾ ਮੌਕਾ ਕਿਹਨੇ ਦਿੱਤਾਗਾ? ਇਹਨਾਂ ਲੋਕਾਂ ਨੇ ਦਿੱਤਾਗਾ। ਸਾਡਾ ਪੰਜਾਬ ਦਾ ਪੇਂਡੂ ਵਿਕਾਸ ਫੰਡ ਇਹਨਾਂ ਨੇ ਮਹਿਸੂਸ ਕੀਤਾਗਾ, ਇਹਨਾਂ ਕਾਂਗਰਸੀਆਂ ਨੇ ਮਹਿਸੂਸ ਕੀਤਾ, ਇਹਨਾਂ ਅਕਾਲੀ ਦਲ ਬੀਜੇਪੀ ਨੇ ਮਹਿਸੂਸ ਕੀਤਾ, ਤਾਂ ਕੇਂਦਰ ਸਰਕਾਰ ਨੂੰ ਮੌਕਾ ਮਿਲਿਆ ਕਿ ਸਾਡੀ ਬਾਹ ਮਰੋੜੀ ਆ, ਸਾਡਾ ਪੇਂਡੂ ਵਿਕਾਸ ਫੰਡ ਰੋਕਿਆ ਗਿਆ। ਸਰ ਜਿਹੜੀ ਗੱਲ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਹੀ ਜਾ ਰਹੀ ਰਿਕਾਰਡ ਨਾ ਕੀਤੀ ਜਾਵੇ। ਜੋ ਕਾਨੂੰਨ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਬਣਾਇਆ ਸੀਗਾ, ਉਸ ਕਾਨੂੰਨ ਨੂੰ ਤੋੜਨ ਦਾ ਯਤਨ ਕੇਂਦਰ ਦੀਆਂ ਸਰਕਾਰਾਂ ਲਗਾਤਾਰ ਕਰਦੀਆਂ ਰਹੀਆਂ ਨੇਗੀਆਂ। ਸੋ ਮੈਂ ਇਸ ਮਤੇ ਦੀ ਪ੍ਰੋੜਤਾ ਕਰਦਾਂਗਾ ਔਰ ਕੇਂਦਰ ਸਰਕਾਰ ਦੇ ਇਹਨਾਂ ਹੁਕਮਾਂ ਦੀ ਜਿਹੜੀ ਆ ਨਿੰਦਾ ਕਰਦਾਂਗਾ ਔਰ ਇਸ ਮਤੇ ਦੇ ਨਾਲ ਖੜਾਂਗਾ। ਧੰਨਵਾਦ ਜੀ। ਬਹੁਤ ਇੰਪੋਰਟੈਂਟ ਮੈਟਰ ਹੈ ਜਿਹੜਾ ਸੀਐਮ ਸਾਹਿਬ ਲੈ ਕੇ ਆਏ ਐਂਡ ਸਾਰੀਆਂ ਪਾਰਟੀਆਂ, ਨਰੀ ਸਾਡੀ ਪਾਰਟੀ ਨਹੀਂ, ਸਾਰਾ ਪੰਜਾਬ ਗਵਰਨਮੈਂਟ ਦੀ ਪਿੱਠ ਪਿੱਛੇ ਜਿੱਥੋਂ ਤੱਕ ਪੰਜਾਬ ਨਾਲ ਜ਼ਿਆਦਤੀਆਂ ਹੋ ਰਹੀਆਂ। ਬਟ ਕਾਈਂਡਲੀ ਜਦੋਂ ਤੁਸੀਂ ਸੈਕੰਡ ਕਰ ਰਹੇ ਹੋ ਸੀਐਮ ਸਾਹਿਬ ਨੂੰ, ਹੀ ਇਜ਼ ਇਨ ਦੀ ਨੰਬਰ 2 ਪੋਜੀਸ਼ਨ, ਫਾਈਨੈਂਸ ਮਿਨਿਸਟਰ, ਤੁਸੀਂ ਕਹਿ ਰਹੇ ਹੋ ਪੰਜਾਬ ਦੀ ਲੜਾਈ ਕੱਲੇ ਇਹੀ ਲੜਦੇ ਨੇ ਤੇ ਬਾਕੀ ਉਹਦੇ ਬੱਕੀਆਂ ਮਾਰਦੇ ਰਹੇ ਜੀ। 5 ਫੁੱਟ ਦੇ ਬੇਸ 65 ਸਾਲ ਦੀ ਉਮਰ 'ਚ। ਨਹੀਂ ਮੈਨੂੰ ਇਹ ਦੱਸੋ, ਇੱਕ ਮਿੰਟ ਲੈਟ ਮੀ ਸਪੀਕ। ਜਾਂ ਤੇ ਫਿਰ ਰਾਮ ਰੌਲਾ ਪਾਣਾ ਮੇਰੀ ਬੇਨਤੀ ਸੁਣ ਲਓ, ਮੇਰੀ ਇੱਕ ਬੇਨਤੀ ਸੁਣ, ਕਿਰਪਾ ਕਰਕੇ ਮਾਹੌਲ ਵੇਖੋ। ਸੀਨੀਅਰ ਮੋਸਟ ਆਦਮੀ ਦਾ ਕੰਮ ਹੈ, ਮਾਹੌਲ ਠੀਕ ਰੱਖਣਾ। ਅੱਜ ਦਾ ਦਿਨ ਕਿੰਤੂ ਪ੍ਰੰਤੂ ਦਾ ਨਹੀਂ। ਗਵਰਨਰ ਐਡਰੈਸ ਮੈਂ ਪਹਿਲੀ ਵਾਰ ਵੇਖਿਆ, ਗਵਰਨਰ ਐਡਰੈਸ ਦੇ ਜੇ ਤੇ ਬਹਿਸ ਹੀ ਨਾ ਹੋਏ। ਦੈਟ ਮੀਨਸ ਦ ਗਵਰਨਮੈਂਟ ਵਾਜ਼ਨਟ ਪ੍ਰੀਪੇਅਰਡ। ਤੁਸੀਂ ਪ੍ਰੀਪੇਅਰਡ ਨਹੀਂ। ਆਨਰੇਬਲ ਚੀਫ ਮਿਨਿਸਟਰ ਸਾਹਿਬ ਨੂੰ ਮਤਾ ਪਾਸ ਹੋਏ, ਸ਼ਹੀਦ ਆਜ਼ਮ ਭਗਤ ਸਿੰਘ, ਡਾਕਟਰ ਅੰਬੇਦਕਰ ਸਾਹਿਬ ਦੇ ਇੱਥੇ ਬੁੱਤ ਲੱਗਣੇ ਹੋਣ, ਮਹਾਰਾਜਾ ਰਣਜੀਤ ਸਿੰਘ ਦੀ ਇੱਥੇ ਹਾਊਸ ਦੇ ਸਦਨ ਦੇ ਵਿੱਚ ਸਾਰਾ ਕੁਝ ਯੂਨੈਨਿਮਸਲੀ ਪਾਸ ਹੋਏ। ਸੀਐਮਓ ਇਹਨਾਂ ਦਾ ਆਫਿਸ ਅੰਡਰ ਪ੍ਰੀਪੇਅਰਡ ਹੋਏ, ਉਹਨੂੰ ਇਹ ਪਤਾ ਹੀ ਨਹੀਂ ਕਿ ਹੈਰੀਟੇਜ ਬਿਲਡਿੰਗਸ ਨੇ ਤੇ ਬੁੱਤ ਲੱਗ ਨਹੀਂ ਸਕਦੇ। That means they misled the CM, they misled the house. Have you taken cognizance of that? ਕੋਈ ਇੱਕ ਅਫਸਰ ਦਾ ਇਹਨਾਂ ਨੇ ਸਿਰ ਜਿਹੜਾ ਉਹਦੇ ਰੱਸਾ ਪਾਇਆ ਉਹਦੇ ਗੱਲ 'ਚ? ਕੋਈ ਨਹੀਂ, ਕੋਈ ਰਿਸਪੌਂਸਿਬਿਲਿਟੀ। ਯਾਨੀ ਅੱਜ ਦੂਜੇ ਦਿਨ ਫੇਰ
ਚਲੋ ਇਹਨੂੰ ਲਾਈਟਰ ਵੇਨ 'ਚ ਹੀ ਲੈ ਲਓ, ਠੀਕ ਹੈ। ਅੱਜ ਦੇ ਦਿਨ ਵੀ ਬੱਚੇ ਪੈਦਾ ਹੁੰਦੇ, ਸਾਰਾ ਕੁਝ ਹੁੰਦਾ, ਵਰਲਡ ਓਵਰ ਦਿਸ ਇਜ਼ ਟੇਕਨ ਐਜ਼ ਅ ਨਾਨ ਸੀਰੀਅਸ ਡੇ 1 April। ਉਹਦਾ ਮਤਲਬ ਕਹਿਣ ਦਾ ਕਿ ਤੁਹਾਡਾ ਦਫ਼ਤਰ ਜਿਹੜਾ there is something seriously wrong। ਮੈਂ ਬੇਨਤੀ ਤੁਹਾਨੂੰ ਕਰਨਾ ਚਾਹੁੰਦਾ ਸੀਐਮ ਸਾਹਿਬ, ਅਸੀਂ ਤੁਹਾਡੇ ਨਾਲ ਦੇਖੋ, ਤੁਸੀਂ ਫਰੈਸ਼ ਸਟਾਰਟ ਕੀਤਾ। ਮੈਂ ਤੁਹਾਨੂੰ ਉਦੋਂ ਵੀ ਗੱਲ ਕਹੀ ਸੀ, ਤੁਹਾਡੇ ਕੋਲ ਰਵਾਇਤੀ ਪਾਰਟੀਆਂ ਵਰਗੇ ਪਿੱਛੇ ਅਜੇ ਕੋਈ ਬਹੁਤਾ ਬੈਗੇਜ ਹੈ ਨਹੀਂ। ਕਿਰਪਾ ਕਰਕੇ ਨਵੀਂ ਇਹ ਜਿਹੜੀਆਂ ਪੁਰਾਣੀਆਂ ਪਿਰਤਾਂ ਪਈਆਂ ਉਹ ਨਾ ਸ਼ੁਰੂ ਕੀਤੀ। ਮੈਂ ਉਹੀ ਕਰਨ ਲੱਗਾ, ਉਹ ਨਵੀਆਂ ਪਿਰਤਾਂ ਨਾ ਸ਼ੁਰੂ ਕਰੀ। ਚੰਗਾ ਸੋਹਣਾ ਕਹਿੰਦੇ ਮਾਨ ਸਾਹਿਬ ਨੇ ਬਹੁਤ ਅੱਛਾ ਕਦਮ ਉੱਥੇ ਪਾਰਲੀਮੈਂਟ 'ਚ ਕੀਤਾ, ਬਿਲਕੁਲ। ਮੈਂ 65 ਸਾਲ ਦੀ ਉਮਰ 100 ਕਿਲੋ ਵਜ਼ਨ ਦੇ ਨਾਲ 5 ਫੁੱਟ ਦੇ ਮੇਜ਼ ਤੇ ਚੜ੍ਹ ਕੇ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਚੁੱਕ ਕੇ ਵਾਈਸ ਪ੍ਰੈਜ਼ੀਡੈਂਟ ਦੇ ਮੂੰਹ ਤੇ ਮਾਰੀ, ਕਿ ਸੀਐਮ ਸਾਹਿਬ ਨੂੰ ਇਸ ਗੱਲ ਦਾ ਇਲਮ ਨਹੀਂ ਜੀ? ਕਿਸਾਨਾਂ ਦੀ ਜੇ ਮੂਵਮੈਂਟ ਵਾਪਸ ਹੋਈ ਹੈ ਤਾਂ ਕੱਲੇ ਇਹਨਾਂ ਨੇ ਕਰਾਤੀ ਹੈ ਜੀ। ਅਸੀਂ ਕੀ ਕਰਦੇ ਰਹੇ? ਸਾਰੀਆਂ ਪਾਰਟੀਆਂ ਨੇ ਉਹਦੇ ਵਿੱਚ, ਕਾਂਗਰਸ ਦਾ ਨਮਾਇਆ ਰੋਲ ਰਿਹਾ ਉਹਦੇ 'ਚ, ਇਹਨਾਂ ਦਾ ਵੀ ਰਿਹਾ, ਸਾਡੇ ਦੋਸਤ ਨੇ, ਸਾਡੇ ਛੋਟੇ ਭਾਈ ਨੇ। ਮਾਹੌਲ ਠੀਕ ਰੱਖੋ। ਤੁਸੀਂ 92 ਜਿੱਤੇ ਹੋ, ਐਡਾ ਵੱਡਾ ਫਤਵਾ ਤੁਹਾਨੂੰ ਮਿਲਿਆ, ਲੈਟ ਅਸ ਇਹਦਾ ਪੋਜ਼ਿਟਿਵ ਆਪਾਂ ਸਿਸਟਮ ਰੱਖੀਏ ਸਾਰਾ। ਅੱਛੀ ਬਹਿਸ ਹੋਏਗੀ ਲਾਈਵ ਤੇ ਅੱਛੇ ਜਵਾਬ ਮਿਲਣਗੇ। ਜੇ ਇਸ ਕਿਸਮ ਦੀ ਗੱਲ ਕਰਨਗੇ ਕਿ ਬਾਕੀ ਇਹਨੇ ਕੀਤਾ ਕੁਝ ਨਹੀਂ, ਤਾਂ ਆਬਵੀਅਸਲੀ ਹੁਣ ਆਪ ਵੇਖੋ ਸ਼ਬਦਾਵਲੀ। ਸੋ ਵਾਟ ਆਈ ਵਾਂਟ ਫਰਸਟਲੀ, ਜਿਹੜੀ ਇਹਨਾਂ ਦੀ ਗਲਤ ਸ਼ਬਦਾਵਲੀ ਉਹਨੂੰ ਵਾਪਸ ਲਿਆ। ਬਦਮਾਸ਼ੀ ਦਾ ਸ਼ਬਦ ਇੱਥੇ ਵਰਤਿਆ ਗਿਆ, ਦੱਸੋ ਹੈ ਕੋਈ ਗੱਲ? ਹਾਂਜੀ ਆਪਾਂ ਅੱਛਾ ਚਲੋ ਹੁਣ ਛੱਡ ਲਈ, ਲੈਟ ਅਸ ਸਟਾਰਟ ਵਿਦ ਰੈਜ਼ੋਲੂਸ਼ਨ ਤੇ ਆਈਏ ਜੀ। ਚਲੋ ਆਪਾਂ ਜੀ ਚਲੋ ਆਪਾਂ ਜਿੰਨੇ ਵੀ ਕੋਈ ਗਲਤ ਬਿਆਨੀ ਕਿਤੇ ਵੀ ਕੀਤੀ ਉਹਨੂੰ ਚੰਗੇ ਮਾਹੌਲ 'ਚ ਹੁਣ ਕੈਨ ਵੀ ਸਟਾਰਟ ਅਫਰੈਸ਼। ਹੁਣ ਨਵੀਂ ਗੱਲ ਆਪਾਂ ਕਰ ਸਕਦੇ ਹਾਂ। ਹਾਂਜੀ ਚੇਅਰ ਨੂੰ ਡਿਸਕਸ ਕਰੋ ਜੀ, ਚੇਅਰ ਨੂੰ। ਬਾਜਵਾ ਜੀ ਸਪੀਕਰ ਸਾਹਿਬ ਤੁਹਾਡੇ ਵੱਲ ਤੁਹਾਡਾ, ਤੁਸੀਂ ਤੇ ਆਈ ਸਾਡੇ ਹੋ ਜੀ, ਅਸੀਂ ਤੇ ਬੋਲ ਹੀ ਤੁਹਾਡੇ ਵਾਸਤੇ ਰਹੇ। ਹਾਂ ਬੇਨਤੀ ਮੇਰੀ ਇਹ ਹੈ, ਜਿਹੜੀ ਭਗਵੰਤ ਸਿੰਘ ਮਾਨ ਜੀ ਨੇ ਗੱਲ ਕਹੀ, ਸੈਂਟਰ ਦੀ ਸਰਕਾਰ ਜਿਹੜੀਆਂ ਦੋ ਮਿਨੋਰਿਟੀ, ਜਿੱਥੇ ਮੈਜੋਰਿਟੀਜ਼ ਜਿਹੜੀਆਂ ਨੇ ਹਿੰਦੁਸਤਾਨ ਦੀਆਂ ਮਿਨੋਰਿਟੀਜ਼, ਜੋ ਦੋ ਸੂਬੇ ਨੇ ਜਿਹਦੇ ਵਿੱਚ ਮੈਜੋਰਿਟੀ 'ਚ ਨੇ, ਇੱਕ ਪੰਜਾਬ ਦੇ ਵਿੱਚ, ਇੱਕ ਜੰਮੂ ਕਸ਼ਮੀਰ 'ਚ। ਇਹਨਾਂ ਦੀ ਕੋਸ਼ਿਸ਼ ਰਹੀ ਹੈ ਕਿ ਦੋਨਾਂ ਦੇ ਵਿੱਚ ਟਿੰਕਰ ਕੀਤਾ ਜਾਏ। ਇਹਦੇ ਵਿੱਚ ਕਿਸੇ ਨਾ ਕਿਸੇ ਤੌਰ ਤਰੀਕੇ ਨਾਲ ਜੰਮੂ ਕਸ਼ਮੀਰ ਨੂੰ ਵੀ ਤੇ ਪੰਜਾਬ ਨੂੰ ਵੀ ਇਹਨਾਂ ਦੇ ਹੱਕ ਖੋਏ ਜਾਣ। ਪੰਜਾਬ 'ਚ ਵੋਟ ਨਹੀਂ ਪਈ ਇਹਨਾਂ ਦੀ ਜਮਾਤ ਨੂੰ। ਇਹ ਇੱਕ ਬਦਲੇ ਦੀ ਭਾਵਨਾ ਨਾਲ ਕੀਤਾ ਹੋਇਆ ਕੰਮ ਹੈ। ਪਹਿਲੇ ਜਿਸ ਤਰ੍ਹਾਂ ਗੱਲ ਜ਼ਿਕਰ ਕੀਤਾ ਉਹਨਾਂ ਨੇ ਵੀ, ਮੈਂ ਵੀ ਉਹ ਗੱਲ ਕਹਿਣਾ ਚਾਹੁੰਦਾ। ਜਿਹੜੀ ਮੈਨੇਜਮੈਂਟ ਬੋਰਡ ਹੈ ਭਾਖੜਾ ਦਾ, ਉਹਦਾ ਚੇਅਰਪਰਸਨ, ਉਹਦੀਆਂ ਦੋ ਵੱਡੀਆਂ ਪੋਸਟਾਂ ਇਰੀਗੇਸ਼ਨ ਦੀਆਂ ਪਾਰ ਦੀਆਂ, ਇੱਕ ਹਰਿਆਣੇ ਕੋ, ਇੱਕ ਪੰਜਾਬ ਨੂੰ ਜਾਂਦੀ ਸੀ। ਭਾਖੜਾ ਕਰਦਾ ਕਿ ਇਹਦੀ ਇੱਕ ਤੇ ਬਿਜਲੀ ਪ੍ਰੋਡਿਊਸ ਕਰਦਾ, ਇੱਕ ਪਾਣੀ ਪੰਜਾਬ ਨੂੰ ਵੀ ਜਾਂਦਾ, ਹਰਿਆਣੇ ਨੂੰ ਵੀ ਜਾਂਦਾ, ਰਾਜਸਥਾਨ ਨੂੰ ਵੀ ਜਾਂਦਾ। ਹੁਣ ਆਹਿਸਤਾ ਆਹਿਸਤਾ ਉਹਦੇ ਵਿੱਚ ਵੀ ਆਪਣੇ ਹੱਥ ਦੇ ਵਿੱਚ ਪਾਵਰ ਚੁੱਕ ਲਈਆਂ। ਹੁਣ ਆ ਜਿਹੜਾ ਚੰਡੀਗੜ੍ਹ 'ਚ ਕੀਤਾ ਇਹਨਾਂ ਨੇ, ਇਹ ਵੇਖੋ EMPLOYEES ਨੂੰ ਬੈਨੀਫਿਟ ਚੰਡੀਗੜ੍ਹ ਵਾਲਿਆਂ ਨੂੰ ਹੋਇਆ। ਅਸੀਂ ਇਹ ਚਾਹਾਂਗੇ ਮਾਨ ਸਾਹਿਬ, ਇਹ ਸੇਮ ਬੈਨੀਫਿਟ ਸੋ ਪੰਜਾਬ ਵਾਲਿਆਂ ਨੂੰ ਵੀ ਦਿਓ। ਦੇयर इज ਨਥਿੰਗ ਰੋਂਗ ਇਨ ਇਟ, ਬਟ ਪੰਜਾਬ ਦੇ ਹੱਕ ਹਕੂਕ ਜਿਹੜੇ, ਇਹ ਕੰਮ ਇਹਨਾਂ 2018 'ਚ ਵੀ ਕੀਤਾ ਸੀ। ਚੰਡੀਗੜ੍ਹ ਦੇ ਵਿੱਚ DSPs ਦੀ ਪੋਸਟਾਂ ਤੇ ਵੀ ਕੰਮ ਕੀਤਾ ਸੀ ਕਾਂਗਰਸ ਦੀ ਸਰਕਾਰ ਨੇ। ਜਿਹੜੀ ਚੀਮਾ ਸਾਹਿਬ ਪੁੱਛਦੇ ਕੀਤਾ ਕਿ ਕਾਂਗਰਸ ਦੀ ਸਰਕਾਰ ਦੇ ਉਸ ਵਕਤ ਦੇ ਚੀਫ ਮਿਨਿਸਟਰ ਨੇ, ਜਿਨ੍ਹਾਂ ਦਾ ਮੈਂ ਨਾਂ ਨਹੀਂ ਇੱਥੇ ਲੈਣਾ ਚਾਹੁੰਦਾ, ਉਹ ਫਿਰ ਦਿੱਲੀ ਗਏ ਸੀ, ਪ੍ਰਧਾਨ ਮੰਤਰੀ ਨੂੰ ਮਿਲੇ ਸੀ, ਉਹ ਫਿਰ ਹੋਮ ਮਿਨਿਸਟਰ ਨੂੰ ਮਿਲੇ ਸੀ। ਬਕਾਇਦਾ ਤੌਰ ਹਿੰਦੁਸਤਾਨ ਦੀ ਸਰਕਾਰ ਨੇ ਉਹ ਵਾਪਸ ਨੋਟੀਫਿਕੇਸ਼ਨ ਲਈ ਸੀ। ਅਸੀਂ ਵੀ ਚਾਹਾਂਗੇ ਮਾਨ ਸਾਹਿਬ ਟਾਈਮ ਲਓ, ਅਸੀਂ ਨਾਲ ਚੱਲਨੇ ਆ। ਇਹ ਤੇ ਬਹੁਤ ਸਾਰੇ ਮਤੇ ਇਸ ਕਿਸਮ ਦੇ ਪਹਿਲੇ ਆਏ, ਭਾਵਨਾ ਹੈ ਸਟੇਟ ਦੀ, ਬਹੁਤ ਚੰਗਾ ਕੀਤਾ ਤੁਸੀਂ। ਇਹਨਾਂ ਨਾਲ ਅੱਗੇ ਵੀ ਕੁਝ ਨਹੀਂ ਸਾਡਾ ਸੌ ਰਿਹਾ ਤੇ ਹੁਣ ਵੀ ਕੁਝ ਨਹੀਂ ਸੌਰਨਾ। ਸਾਨੂੰ ਉੱਥੇ ਤਗੜੇ ਹੋ ਕੇ ਮੋਰਚਾ ਲਾਣਾ ਪੈਣਾ ਮੋਦੀ ਉਹਨਾਂ ਦੇ ਖਿਲਾਫ। ਤੁਸੀਂ ਅੱਗੇ ਲੱਗੋ, ਕਿਉਂਕਿ ਤੁਹਾਨੂੰ ਫਤਵਾ ਦਿੱਤਾ, ਅਸੀਂ ਨਾਲ ਲਾ ਤੁਹਾਡੇ। ਦੂਜੀ ਗੱਲ ਹੈ, ਆਪਣੇ ਐਡਵੋਕੇਟ ਜਨਰਲ ਨੂੰ ਕਹੋ ਪ੍ਰਿਪੇਅਰ ਕਰੋ। ਜਿਸ ਤਰ੍ਹਾਂ ਕਿਸੇ ਟਾਈਮ ਕਾਂਗਰਸ ਦੀ ਸਰਕਾਰ ਨੇ ਸਤਲੁਜ ਯਮਨਾ ਲਿੰਕ ਤੇ ਪੰਜਾਬ ਦੇ ਪਾਣੀਆਂ ਤੇ ਸੁਪਰੀਮ ਕੋਰਟ ਤੱਕ ਗਏ। ਵੇਖੋ ਅਗਲੀ ਗੱਲ ਇੱਕ ਮੋਟੀ ਸਮਝ ਲਓ, ਜੇ ਅਸੀਂ ਆ ਲੜਾਈ ਨਾ ਲੜੀ, ਆਨਰੇਬਲ ਚੀਫ ਮਿਨਿਸਟਰ ਸਾਹਿਬ ਜਾਂ ਸਪੀਕਰ ਸਾਹਿਬ, ਇਹ ਲੜਾਈ ਅਸੀਂ ਨਾ ਲੜੀ, ਦੇ ਆਰ ਜਸਟ ਟੈਸਟਿੰਗ ਵਾਟਰਸ। ਉਹਦਾ ਮਤਲਬ ਹੈ ਕਿ ਅਸੀਂ ਕਿਸ ਤਰ੍ਹਾਂ ਰਿਸਪੌਂਡ ਕਰ ਰਹੇ। ਜੇ ਸਾਰਾ ਪੰਜਾਬ ਇਕੱਠਾ ਹੁੰਦਾ, ਸਾਰੀਆਂ ਪੋਲੀਟੀਕਲ ਜਮਾਤਾਂ ਇਕੱਠੀਆਂ ਹੁੰਦੀਆਂ ਪੰਜਾਬ ਦੀਆਂ, ਤੇ ਜਿਸ ਤਰ੍ਹਾਂ ਕਿਸਾਨਾਂ ਦੇ 3 ਕਾਲੇ ਕਾਨੂੰਨ ਇਹਨਾਂ ਨੂੰ ਗੋਡਿਆਂ ਭਰਨੇ ਹੋ ਕੇ ਵਾਪਸ ਲੈਣੇ ਪਏ, ਇਸ ਤਰ੍ਹਾਂ ਫਿਰ ਪੰਜਾਬ ਵਾਲੇ ਛੇਤੀ ਮੂੰਹ ਨਹੀਂ ਕਰਨਗੇ। ਨਹੀਂ ਤਾਂ ਹੁਣ ਅਗਲਾ ਕੰਮ ਕੀ ਹੈ? ਸਤਲੁਜ ਯਮਨਾ ਲਿੰਕ ਕਨਾਲ ਦੇ ਪਾਣੀ ਦਾ ਫੈਸਲਾ ਆਨਰੇਬਲ ਸੁਪਰੀਮ ਕੋਰਟ ਕੋ ਪਿਆ, ਉਹ ਚੰਦ ਮਹੀਨਿਆਂ 'ਚ ਆਉਣ ਵਾਲਾ। ਅਗਲਾ ਸਾਡਾ ਪਾਣੀ ਦਾ ਇਹਨਾਂ ਨੇ ਹੱਕ ਮਾਰਨਾ। ਇਹ ਐਕਸਟਰਾ ਪਾਣੀ ਹਰਿਆਣੇ ਨੂੰ ਦੇਣਾ ਚਾਹੁੰਦੇ, ਕਿਉਂਕਿ ਉੱਥੇ ਇਹਨਾਂ ਦੀ ਸਰਕਾਰ। ਹੋ ਸਕਦਾ ਕੁਝ ਪਾਣੀ ਦਿੱਲੀ ਨੂੰ ਵੀ ਦੇਣ, ਉਹਦੇ 'ਚ ਵੀ ਸਾਨੂੰ ਕਲੈਰਿਟੀ ਦੇਣੀ ਪਏਗੀ ਕਿ ਕੀ ਅਸੀਂ ਪੰਜਾਬ ਵਾਲੇ ਜਿਹੜੇ ਆ ਕਿੰਨਾ ਕੁ ਪਾਣੀ ਕਿਹਨੂੰ ਦੇ ਸਕਦੇ ਆ।
ਸਾਡੀ ਪਾਰਟੀ ਦੀ ਲਾਈਨ ਬਹੁਤ ਕਲੀਅਰ ਹੈ, ਸਮੁੱਚੇ ਪੰਜਾਬ ਦੀ ਲਾਈਨ ਬਹੁਤ ਕਲੀਅਰ ਹੈ ਕਿ ਸਾਡੇ ਕੋਤੇ ਤੁਬਕਾ ਵੀ ਹੁਣ ਪਾਣੀ ਜੋਗਾ ਹੈ। ਜਿੰਨਾ ਮੌਜੂਦਾ ਪਾਣੀ ਉਹਦੇ ਚੋਂ ਜਿਹੜੀ ਪੁਰਾਣੀ ਵੰਡ ਹੋਈ ਸੀ ਉਸ ਮੁਤਾਬਕ ਚੱਲੋ। ਸਾਡੇ ਤੇ ਆਨਰੇਬਲ ਚੀਫ ਮਿਨਿਸਟਰ ਸਾਹਿਬ 90% ਜਿਹੜਾ ਪਾਣੀ ਹੈ ਸਾਡਾ ਉਹ ਤਾਂ ਪੀਣ ਦੇ ਕਾਬਿਲ ਹੀ ਨਹੀਂ ਰਹਿ ਗਿਆ। ਜਿਸ ਹਿਸਾਬ ਨਾਲ ਪਾਣੀ ਡਿਪਲੀਟ ਕਰ ਰਿਹਾ ਉਸ ਹਿਸਾਬ ਦੇ ਨਾਲ ਤੇ ਪੰਜਾਬ ਨੂੰ ਤਗੜੇ ਹੋ ਕੇ ਇਕੱਠੇ ਹੋ ਕੇ ਲੜਾਈ ਲੜਨੀ ਪਈ। ਤਾਂ ਇਹਦੇ ਵਿੱਚ ਮੇਰੀ ਰਾਏ ਚੀਫ ਮਿਨਿਸਟਰ ਸਾਹਿਬ ਨੂੰ ਇਹੀ ਹੈ ਕਿ ਆਪਾਂ ਪ੍ਰਾਈਮ ਮਿਨਿਸਟਰ ਕੋ ਟਾਈਮ ਲਈਏ, ਹੋਮ ਮਿਨਿਸਟਰ ਕੋ ਟਾਈਮ ਲਈਏ, ਆਲ ਪਾਰਟੀਜ਼ ਉੱਥੇ ਜਾਣ, ਆਪਣੀ ਗੱਲ ਰੱਖਣ, ਇਹ ਬਕਾਇਦਾ ਤੌਰ ਦੱਸਣ ਕਿ ਜਿਸ ਤਰ੍ਹਾਂ ਪੰਜਾਬੀਆਂ ਨੇ, ਹਰਿਆਣਵੀਆਂ ਨੇ, ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ ਤੇ ਮੋਰਚਾ ਲਾ ਲਿਆ, ਜੇ ਕਿਤੇ ਗਲਤੀ ਨਾਲ ਪੰਜਾਬ ਦੇ ਸਤਲੁਜ ਯਮਨਾ ਲਿੰਕ ਤੇ ਸਾਡੇ ਇੰਟਰਸਟ ਨੂੰ ਟਿੰਕਰ ਕਰਨ ਦੀ ਕੋਸ਼ਿਸ਼ ਕੀਤੀ ਜਾਂ ਚੰਡੀਗੜ੍ਹ 'ਚ ਜਾਂ ਭਾਖੜਾ 'ਚ ਮਦਾਖਲਤ ਕਰਨ ਦੀ ਕੋਸ਼ਿਸ਼ ਕੀਤੀ, ਐਂ ਹੀ ਬਾਰਡਰ ਬੰਦ ਕਰਾਂਗੇ, ਐਂ ਹੀ ਤੁਹਾਡਾ ਸਾਹ ਬੰਦ ਕਰਾਂਗੇ। ਤਾਂ ਮੇਰੀ ਬੇਨਤੀ ਹੈ ਕਿ ਇਹ ਆਪਾਂ ਇਕੱਠੇ ਹੋ ਕੇ ਚੱਲੀਏ। ਬਾਕੀ ਜਿਹੜੀਆਂ ਚੀਜ਼ਾਂ ਮੈਂ ਤੁਹਾਡੇ ਆਲਰੇਡੀ ਇਹ ਨੋਟਿਸ ਲੈ ਕੇ ਆਂਦੀਆਂ ਨੇ ਕਿ ਜਿਸ ਤਰ੍ਹਾਂ ਵੀ ਆਪੋਜੀਸ਼ਨ ਦੇ ਮੈਂਬਰਸ ਨੇ ਜੋ ਗੱਲ ਕਹੀ ਉਹਨਾਂ ਨੂੰ ਟਾਈਮ ਦਿੱਤਾ ਜਾਏ, ਆਪੋਜੀਸ਼ਨ ਵਾਲੇ ਨੂੰ ਆਪਣੀ ਗੱਲ ਕਹਿਣ ਦਾ ਬਿਲਕੁਲ ਦਿੱਤਾ ਜਾਏਗਾ। ਤਾਂ ਮੈਂ ਇੰਨਾ ਹੀ ਕਹਿੰਦਾ ਹੋਇਆ ਆਪਣੀ ਇਹ ਗੱਲ ਇਹਨਾਂ ਦੇ ਸਾਹਮਣੇ ਰੱਖਣਾ ਚਾਹੁੰਦਾ ਕਿ ਅਸੀਂ ਤੁਹਾਡੇ ਇਸ ਸਟੈਂਡ ਨੂੰ ਜਿਹੜੀ ਗਵਰਨਮੈਂਟ ਦਾ, ਬਿਕੋਜ਼ ਇਹ ਪੰਜਾਬ ਦਾ ਸਟੈਂਡ ਹੈ, ਇਟ ਇਜ਼ ਨਾਟ ਐਨੀ ਪਾਰਟਿਕੂਲਰ ਗਵਰਨਮੈਂਟ, ਜਿਹੜੀ ਵੀ ਗਵਰਨਮੈਂਟ ਹੋਈ ਉਹਦੇ ਪਿੱਛੇ ਸਮੁੱਚੀ ਆਪੋਜੀਸ਼ਨ ਖੜੀ ਹੈ। ਅਸੀਂ ਸੈਂਟਰ ਨੂੰ ਇਹ ਮਤਾ ਪਾਇਆ, ਠੀਕ ਹੈ, ਬਟ ਸੁਪਰੀਮ ਕੋਰਟ ਇਮੀਡੀਏਟਲੀ ਮੂਵ ਕਰੋ, ਆਲ ਪਾਰਟੀ ਡੈਲੀਗੇਸ਼ਨ ਲੈ ਕੇ ਜਾਓ, ਉਹਨਾਂ ਨੂੰ ਚੰਗੀ ਤਰ੍ਹਾਂ ਜਿਸ ਤਰ੍ਹਾਂ ਪੰਜਾਬੀ 'ਚ ਕਹੀਦਾ, ਪੰਜਾਬੀ ਸਮਝਾਓ ਕਿ ਜੇ ਕਿਤੇ ਸਾਡੇ ਗਲੇ ਨੂੰ ਲਿਆ ਪਾ ਤੁਸੀਂ ਹੱਥ ਤੇ ਪੈ ਜਾਣਾ ਤੁਹਾਨੂੰ ਮਹਿੰਗਾ, ਜਿਸ ਤਰ੍ਹਾਂ ਪਹਿਲੇ ਪਿਆ। ਉਦੋਂ ਵੀ ਤੁਸੀਂ ਕਹਿੰਦੇ ਹੋ ਕਿ ਕੋਈ ਦੁਨੀਆ ਦੀ ਪਾਵਰ ਇਹੋ ਜਿਹੀ ਨਹੀਂ ਕਿ ਮੋਦੀ ਸਾਹਿਬ ਜਿਹੜਾ ਫੈਸਲਾ ਕਰ ਲੈਣ। ਕਦੀ ਮੋਦੀ ਸਾਹਿਬ ਨੇ ਵਾਪਸ ਨਹੀਂ ਸੀ ਲਿਆ। ਤਾਂ ਮੈਂ ਕਿਹਾ ਸੀ ਮੋਦੀ ਸਾਹਿਬ ਜਿਸ ਕੌਮ ਨਾਲ ਤੁਸੀਂ ਸਿੰਘ ਉਡਾ ਲਿਆ, ਇਹਨਾਂ ਸਿਕੰਦਰੇ ਆਜ਼ਮ ਨੂੰ ਇਹਦਾ ਵੀ ਜਿਹੜਾ ਚੈਰੀਅਟ ਸੀ ਇਹ ਰੋਕਿਆ ਸੀ ਪੰਜਾਬ ਦੇ ਵਿੱਚ, ਤੇ ਅਸੀਂ ਤੁਹਾਡਾ ਵੀ ਜਿਹੜੀ ਇਹ ਚੱਲਦੀ ਸੀ ਵਿਕਟੋਰੀਅਸ ਚੈਰੀਅਟ ਇਹ ਰੋਕਣਾ ਪੰਜਾਬੀ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ। ਸੋ ਇਸ ਇਸ਼ੂ ਤੇ ਅਸੀਂ ਨਾਲ ਆ, ਕਿਰਪਾ ਕਰਕੇ ਅੱਜ ਦੇ ਦਿਨ ਕੋਈ ਇਹੋ ਜਿਹਾ ਕੰਮ ਨਾ ਕਰਿਆ ਕਰੀਏ, ਕਿਸੇ ਨੂੰ ਨੀਨਾ ਵਿਖਾਉਣ ਦੀ ਕੋਸ਼ਿਸ਼ ਕਰੇ। ਸੋ ਇਦਾਂ ਹੀ ਕਹਿੰਦਾ ਹੋਇਆ ਮੈਂ ਆਪਣੀ ਗੱਲ ਰੱਖਣਾ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ।